ਦੋਸਤੋ ਇੱਕ ਮੈਂ ਪਿਛਲੇ ਦਿਨਾਂ ਦੇ ਵਿੱਚ ਗੱਲ ਕੀਤੀ ਜਦੋਂ ਸ਼ਬਾਜ਼ ਸ਼ਰੀਫ ਸਾਹਿਬ ਦਾ ਦੌਰਾ ਚੀਨ ਸ਼ੁਰੂ ਹੋਇਆ। ਲੇਕਿਨ ਉਹ ਮੇਰੀ ਗੱਲ ਸ਼ਾਇਦ ਦੋਸਤਾਂ ਦੀ ਸਮਝ 'ਚ ਜ਼ਿਆਦਾ ਨਹੀਂ ਆਈ। ਔਰ ਹੁਣ ਜਦੋਂ ਕਿ ਉਹ ਦੌਰਾ ਖ਼ਤਮ ਹੋ ਰਿਹਾ ਵੇ ਔਰ ਕੁਝ ਸਟੇਟਮੈਂਟ ਸਾਹਮਣੇ ਆਈਆਂ ਨੇ ਤੇ ਉਹਦੇ ਵਿੱਚ ਇਹ ਗੱਲ ਦਾ ਪਤਾ ਲੱਗਾ ਕਿ ਚੀਨ ਨੇ ਕਿਹਾ ਵੇ ਕਿ ਅਗਰ ਤੁਸੀਂ ਆਪਰੇਸ਼ਨ ਕਰਦੇ ਜੇ ਕੋਈ ਦਹਿਸ਼ਤਗਰਦੀ ਦੇ ਖਿਲਾਫ ਤੇ ਚੀਨ ਉਹਦੇ ਪਾਕਿਸਤਾਨ ਦੀ ਮਦਦ ਕਰੇਗਾ। ਅੱਛਾ, ਇਹ ਦੌਰੇ ਦੇ ਤੋਂ ਪਹਿਲੇ ਮੈਂ ਜਿਹੜਾ ਵੀਲੌਗ ਕੀਤਾ ਸੀ ਉਹਦੇ ਵਿੱਚ ਗੱਲ ਕੀਤੀ ਸੀ ਕਿ ਚੀਨ ਵੱਲੋਂ ਮੁਤਾਲਬਾ ਕੀਤਾ ਜਾ ਰਿਹਾ ਹੈ ਕਿ ਇਹ ਦਿਹਾੜੇ ਜਿਹੜੇ ਚੀਨ ਦੇ ਇੱਥੇ ਸ਼ਹਿਰੀ ਕਤਲ ਹੋ ਜਾਂਦੇ ਨੇ, ਇੰਜੀਨੀਅਰ, ਟੈਕਨੀਸ਼ੀਅਨਸ, ਐਕਸਪਰਟਸ ਮੁਖਤਲਿਫ ਪ੍ਰੋਜੈਕਟਸ ਦੇ ਉੱਤੇ ਜਿਹੜੇ ਕੰਮ ਕਰ ਰਹੇ ਨੇ, ਖਾਸ ਤੌਰ ਤੇ ਡੈਮਸ ਦੇ ਉੱਤੇ ਜਿਹੜੇ ਔਰ ਐਨਰਜੀ ਦੇ ਪ੍ਰੋਜੈਕਟਸ ਜਿਹੜੇ ਨੇ ਉਹਨਾਂ ਦੇ ਉੱਤੇ ਜਿਹੜਾ ਅਮਲਾ ਕੰਮ ਕਰ ਰਿਹਾ ਤੇ ਉਹਨਾਂ ਨੂੰ ਮਾਰ ਦਿੱਤਾ ਜਾਂਦਾ ਹੈ। ਤੇ ਚੀਨ ਆਏ ਦਿਹਾੜੇ ਦੇ ਇਸ ਵਾਕਿਆ ਤੋਂ ਬਾਅਦ ਉਹ ਕਹਿੰਦਾ ਹੈ ਕਿ ਜਨਾਬ ਇਹ ਦੱਸੋ ਕਿ ਇਹ ਹੋ ਕਿਉਂ ਰਿਹਾ। ਉਹਨਾਂ ਨੂੰ ਦੱਸਿਆ ਗਿਆ ਕਿ ਜਨਾਬ ਜਿਹੜੀ ਇਹ ਤਹਿਰੀਕੇ ਤਾਲਿਬਾਨ ਪਾਕਿਸਤਾਨ ਤੇ ਉਹਦੇ ਅੱਗੇ ਜ਼ੈਲੀ ਗਰੁੱਪ ਜਿਹੜੇ ਹੈਗੇ ਨੇ ਉਹ ਪਾਕਿਸਤਾਨ ਦੇ ਇਲਾਕਿਆਂ ਦੇ ਵਿੱਚ ਦੁਸ਼ਮਣ ਦੇ ਏਜੰਡੇ ਦੇ ਉੱਤੇ ਕੰਮ ਕਰ ਰਹੇ ਨੇ ਔਰ ਇੱਥੇ ਇਹ ਵਾਕਿਆਤ ਉਹਨਾਂ ਦੀ ਵਜ੍ਹਾ ਨਾਲ ਹੋ ਰਹੇ ਨੇ ਔਰ ਉਹਨਾਂ ਦੇ ਹੱਥੀਂ ਹੋ ਰਹੇ ਨੇ। ਤੇ ਚੀਨ ਫਿਰ ਕਹਿੰਦਾ ਕਿ ਠੀਕ ਹੈ, ਜੇ ਤੁਸੀਂ ਸਾਡੇ ਨਾਲ ਮਿਲ ਕੇ ਕੰਮ ਕਰਨਾ ਹੈ ਤੇ ਫਿਰ ਇੰਝ ਹੈ ਕਿ ਇਹਨਾਂ ਇੱਕ ਆਪਰੇਸ਼ਨ ਕਰ ਲਵੋ। ਅੱਛਾ, ਪਾਕਿਸਤਾਨ ਚੂੰਕਿ ਜਦੋਂ ਪਹਿਲੇ ਆਪਰੇਸ਼ਨ ਕੀਤੇ ਨੇ ਦਹਿਸ਼ਤਗਰਦੀ ਦੇ ਖਿਲਾਫ ਤੇ ਉਹ ਸਾਰੇ ਆਪਰੇਸ਼ਨ ਅਮਰੀਕਾ ਦੇ ਕਹਿਣ ਤੇ ਹੋਏ ਨੇ। ਸਵਾਤ ਵਾਲਾ ਆਪਰੇਸ਼ਨ ਜਿਹੜਾ ਹੋਇਆ ਉਹ ਵੀ ਅਮਰੀਕਾ ਦੇ ਕੋਲੋਂ ਅਸੀਂ ਉਹਦੀ ਪਲੈਨਿੰਗ ਲਈ ਖਰਚਾ ਲਿਆ ਔਰ ਮਨਸੂਬਾਬੰਦੀ ਵਗੈਰਾ ਸਾਰੇ ਅਹਿਦਾਫ ਵੀ ਲਗਭਗ ਅਮਰੀਕੀ ਹੈਗੇ ਸਨ। ਪਾਕਿਸਤਾਨ ਦੇ ਅਹਿਦਾਫ ਕਮ ਸਨ। ਤੇ ਇਸੇ ਤਰ੍ਹਾਂ ਅਫਗਾਨਿਸਤਾਨ ਦੇ ਵਿੱਚ ਵੀ ਜਦੋਂ ਪਾਕਿਸਤਾਨ ਨੇ ਕੋਈ ਰੋਲ ਅਦਾ ਕਰਨ ਦੀ ਕੋਸ਼ਿਸ਼ ਕੀਤੀ ਜਾਂ ਕੀਤਾ ਤੇ ਉਹਦੇ ਵਿੱਚ ਵੀ ਆਲਮੀ ਤਾਕਤਾਂ ਤੇ ਅਮਰੀਕੀ ਲਾਬੀ ਜਿਹੜੀ ਸੀ ਉਹ ਪੂਰੀ ਤਰ੍ਹਾਂ ਪਾਕਿਸਤਾਨ ਦੇ ਨਾਲ ਸੀ, ਨਾਲ ਖਲੋਤੀ ਸੀ। ਤੇ ਉਹਦੇ ਵਿੱਚ ਜਿਹੜੇ ਅਖਰਾਜਾਤ ਹੋਏ ਅਗਰਚੇ ਸਾਨੂੰ ਉਹਨੇ ਤਾਂ ਨਹੀਂ ਮਿਲੇ ਜਿੰਨਾ ਸਾਡਾ ਨੁਕਸਾਨ ਹੁੰਦਾ ਰਿਹਾ, ਲੇਕਿਨ ਫਿਰ ਵੀ ਚਲੋ ਇੱਕ ਬੈਨ ਅਲ-ਅਕਵਾਮੀ ਸਪੋਰਟ ਵੀ ਮੌਜੂਦ ਸੀ ਔਰ ਉਹਦੇ ਨਾਲ ਨਾਲ ਸਾਨੂੰ ਕੁਝ ਫੰਡਸ ਵੀ ਮਿਲ ਰਹੇ ਸਨ। ਹੁਣ ਸਵਾਲ ਇਹ ਪੈਦਾ ਹੋ ਰਿਹਾ ਵੇ ਕਿ ਅਗਰ ਤਹਿਰੀਕੇ ਤਾਲਿਬਾਨ ਪਾਕਿਸਤਾਨ ਦੇ ਖਿਲਾਫ ਪਾਕਿਸਤਾਨ ਕਾਰਵਾਈ ਕਰਦਾ ਹੈ ਤੇ ਫਿਰ ਇਹ ਜਿਹੜਾ ਵੱਡੀ ਯਾਨੀ ਸਤ੍ਹਾ ਦੇ ਉੱਤੇ ਵੱਡੀ ਹੁਜਮ ਦਾ ਖਰਚਾ ਹੋਏਗਾ ਇਹ ਕਿਵੇਂ ਪੂਰਾ ਹੋਏਗਾ। ਔਰ ਇਹ ਸਿਰਫ ਗੱਲ ਖਰਚੇ ਦੀ ਨਹੀਂ ਹੈਗੀ, ਇਹ ਮੈਂ ਤੁਹਾਨੂੰ ਅੱਜ ਇਹਨੂੰ ਲਿੰਕ ਕਰਾਂਗਾ ਤਹਿਰੀਕੇ ਇਨਸਾਫ ਦਾ ਜਿਹੜਾ ਜਲਸਾ ਹੋਇਆ ਸਵਾਤ ਦੇ ਵਿੱਚ ਉਸ ਦੇ ਨਾਲ ਇਸ ਵਾਕਿਏ ਨੂੰ। ਉਸ ਜਲਸੇ ਦੇ ਵਿੱਚ ਜਿਹੜਾ ਅੱਜ ਉੱਥੇ ਸਵਾਤ ਦੇ ਵਿੱਚ ਹੋਇਆ, ਤਹਿਰੀਕੇ ਇਨਸਾਫ ਦੇ ਰਹਿਨੁਮਾਵਾਂ ਨੇ ਕੋਈ ਤਾਂ ਉਹੀ ਗੱਲਾਂ ਕੀਤੀਆਂ ਜਿਹੜੀਆਂ ਅਸੀਂ ਰੋਜ਼ ਸੁਣਨੇ ਉਹਨਾਂ ਦੀ ਕਿ ਸਿਆਸੀ ਤੌਰ ਤੇ ਉਹਨਾਂ ਕਿਹਾ ਜੀ ਕਿ ਸਾਨੂੰ ਇੰਤਕਾਮ ਦਾ ਨਿਸ਼ਾਨਾ ਬਣਾਇਆ ਜਾ ਰਿਹਾ, ਸਾਡੀ ਆਵਾਜ਼ ਨਹੀਂ ਪਹੁੰਚਣ ਦਿੱਤੀ ਜਾ ਰਹੀ ਲੋਕਾਂ ਤੱਕ ਔਰ ਇਸੇ ਤਰ੍ਹਾਂ ਦੇ ਹੋਰ ਜਿਹੜੀਆਂ ਚੀਜ਼ਾਂ ਨੇ, ਸਾਨੂੰ ਇਜ਼ਹਾਰੇ ਰਾਏ ਦੀ ਆਜ਼ਾਦੀ ਨਹੀਂ ਵਗੈਰਾ ਵਗੈਰਾ। ਤੇ ਉਹਦੇ ਨਾਲ ਇੱਕ ਜਿਹੜੀ ਹੋਰ ਗੱਲ ਉੱਥੇ ਹੋਈ ਜਿਹਨੇ ਮੈਨੂੰ ਇਹ ਵੀਲੌਗ ਕਰਨ ਦੇ ਉੱਤੇ ਮਜਬੂਰ ਕੀਤਾ, ਅਸਦ ਕੈਸਰ ਦੀ ਜਿਹੜੀ ਤਕਰੀਰ ਸੀ। ਅਸਦ ਕੈਸਰ ਨੇ ਇਹ ਕਿਹਾ, ਸਾਬਕ ਸਪੀਕਰ ਨੇ ਜਿਹੜੇ ਕੌਮੀ ਅਸੈਂਬਲੀ ਦੇ ਤਹਿਰੀਕੇ ਇਨਸਾਫ ਦੇ ਮਰਕਜ਼ੀ ਰਹਿਨੁਮਾ ਨੇ, ਉਹਨਾਂ ਨੇ ਇਹ ਕਿਹਾ ਕਿ ਅਸੀਂ ਇਸ ਇਲਾਕੇ ਦੇ ਵਿੱਚ ਫਿਰ ਬੰਦੂਕ ਕਲਾਸ਼ਨਕੋਫ ਕਲਚਰ ਨਹੀਂ ਆਉਣ ਦੇਵਾਂਗੇ ਔਰ ਅਗਰ ਇੱਥੇ ਕੋਈ ਆਪਰੇਸ਼ਨ ਦੀ ਮਨਸੂਬਾਬੰਦੀ ਜਾਂ ਆਪਰੇਸ਼ਨ ਹੋਇਆ ਤੇ ਅਸੀਂ ਉਹਦੀ ਮੁਖਾਲਫਤ ਕਰਾਂਗੇ। ਇਹ ਉਹਨਾਂ ਦੇ ਅਲਫਾਜ਼ ਨੇ ਅਸਦ ਕੈਸਰ ਦੇ। ਇਹਨਾਂ ਲਫ਼ਜ਼ਾਂ ਦੇ ਨਾਲ ਤੁਸੀਂ ਉਹ ਜਿਹੜੇ 4-5 ਦਿਨ ਪਹਿਲੇ ਦੀ ਗੱਲ ਹੈ ਕਿ ਚੀਨ ਤੁਹਾਨੂੰ ਕਹਿ ਰਿਹਾ ਹੈ ਕਿ ਉੱਥੇ ਜਨਾਬ ਆਪਰੇਸ਼ਨ ਕਰੋ ਔਰ ਸਾਡੇ ਜਿਹੜੇ ਲੋਕ ਨੇ ਸਾਡੇ ਫੈਸਲਾ ਕਰਨ ਵਾਲੇ ਉਹ ਵੀ ਲਗਭਗ ਉਹਦੇ ਤੇ ਐਗਰੀ ਹੈਗੇ ਨੇ। ਇਹਨੂੰ ਤੁਸੀਂ ਨਾਰ ਲਾਓ ਜ਼ਰਾ ਇਸ ਗੱਲ ਨੂੰ। ਤੇ ਇਹ ਗੱਲ ਕੀ ਆਏਗੀ, ਜਿਹੜੇ ਬਹੁਤ ਪਹਿਲੇ ਜੋ ਤਹਿਰੀਕੇ ਇਨਸਾਫ ਦਾ ਤੇ ਦੀ ਹਕੂਮਤ ਗਈ, ਰਜੀਮ ਚੇਂਜ, ਆਪਰੇਸ਼ਨ ਔਰ ਸਾਰੇ ਮਾਮਲਾਤ ਹੋਏ ਤੇ ਕੁਝ ਹਲਕਿਆਂ ਨੇ ਇੱਥੇ ਦੱਬੀ ਦੱਬੀ ਜ਼ੁਬਾਨ 'ਚ ਇੱਕ ਗੱਲ ਕੀਤੀ ਸੀ ਕਿ ਪਾਕਿਸਤਾਨ ਦੇ ਵਿੱਚ ਚਾਈਨਾ ਤੇ ਅਮਰੀਕਾ ਦੀ ਪ੍ਰੋਕਸੀ ਸ਼ੁਰੂ ਹੋ ਗਈ, ਯਾਨੀ ਦੋਵਾਂ ਮੁਲਕਾਂ ਦੇ ਜਿਹੜੇ ਹਾਮੀ ਨੇ, ਧਾਮੀ ਤਾਕਤਾਂ ਇੱਥੇ ਮੁਖਤਲਿਫ ਜਗ੍ਹਾ ਤੇ ਬੈਠੀਆਂ ਨੇ, ਮੁਖਤਲਿਫ ਅਹੁਦਿਆਂ ਦੇ ਉੱਤੇ, ਮੁਖਤਲਿਫ ਹੈਸੀਅਤਾਂ ਦੇ ਨਾਲ, ਉਹ ਹੁਣ ਇੱਕ ਦੂਸਰੇ ਨਾਲ ਲੜ ਪਏ ਔਰ ਉਹਨਾਂ ਦੀ ਜਿਹੜੀ ਲੜਾਈ ਹੈ ਉਹਨੂੰ ਪਾਕਿਸਤਾਨ ਦੇ ਦਾਖਲੀ ਸਿਆਸਤ ਦੇ ਤਨਾਜ਼ਰ 'ਚ ਪੇਸ਼ ਕੀਤਾ ਜਾਏਗਾ। ਇਹਦੇ ਉੱਤੇ ਬਹੁਤ ਜ਼ਿਆਦਾ ਗੱਲ ਹੋ ਸਕਦੀ ਹੈ ਲੇਕਿਨ ਕੁਝ ਮਾਮਲਾਤ ਐਸੇ ਨੇ ਜਿਨ੍ਹਾਂ ਵਜ੍ਹਾ ਨਾਲ ਨਹੀਂ ਹੋਈ ਔਰ ਸਾਡੇ ਹਾਂ ਜਿਹੜਾ ਮੀਡੀਆ ਹੈ ਉਹਦੀ ਅਕਲੋ ਦਾਨਿਸ਼ ਜਿੰਨੀ ਕੁ ਹੋਏਗੀ ਉਹ ਵੀ ਤੁਹਾਨੂੰ ਪਤਾ ਹੈ। ਤੇ ਇਹਦੇ ਨਾਲ ਮਸਲਾ ਇਹ ਹੋਇਆ ਕਿ ਹੁਣ ਜਦੋਂ ਚੀਨ ਨੇ ਇਹ ਮੰਨ ਲਿਆ ਤੇ ਉਹਦੇ ਮੰਨਣ ਦੇ ਨਾਲ ਇਹ ਹੁਣ ਨਵੇਂ ਸਿਮਤ ਗੱਲ ਟੁਰ ਪਏਗੀ ਤੇ ਇਹ
ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਕਿ ਕਿਤੇ ਇਹ ਆਪਰੇਸ਼ਨ ਦੇ ਜ਼ਰੀਏ ਪਾਕਿਸਤਾਨ ਫਸ ਤਾਂ ਨਹੀਂ ਜਾਏਗਾ। ਯਾਨੀ ਇੱਕ ਦਫਾ ਆਪਰੇਸ਼ਨ ਸ਼ੁਰੂ ਕਰਤਾ ਤੇ ਫਿਰ TTP ਵਗੈਰਾ ਜਿਨ੍ਹਾਂ ਨੂੰ ਆਲਰੇਡੀ ਇੰਡੀਆ ਤੇ ਬਾਕੀ ਜਿਹੜੇ ਪਾਕਿਸਤਾਨ ਦੁਸ਼ਮਣ ਤਾਕਤਾਂ ਨੇ ਉਹਨਾਂ ਦੀ ਮਦਦ ਹਾਸਲ ਹੈ, ਤੇ ਆਪਰੇਸ਼ਨ ਨੂੰ ਕਿਤੇ ਲੰਮਾ ਤਾਂ ਨਹੀਂ ਕਰਵਾ ਦੇਣਗੇ। ਹੁਣ ਆਪਰੇਸ਼ਨ ਸ਼ੁਰੂ ਤਾਂ ਹੋ ਜਾਂਦਾ ਹੈ, ਲੇਕਿਨ ਜਿਵੇਂ ਅਮਰੀਕਾ ਅਫਗਾਨਿਸਤਾਨ 'ਚ ਆਇਆ ਸੀ ਤਾਂ ਉਹਨਾਂ ਦਾ ਖਿਆਲ ਇਹੋ ਹੀ ਸੀ ਕਿ ਆਵੇਗਾ, ਤਾਲਿਬਾਨ ਨੂੰ ਖਤਮ ਕਰੇਗਾ, ਇੱਥੇ ਆਪਣੀ ਗਵਰਨਮੈਂਟ ਬਣਾਏਗਾ ਤੇ ਚਲਾ ਜਾਏਗਾ। ਲੇਕਿਨ ਇੱਥੇ ਹਾਲਾਤ ਇਸ ਤਰ੍ਹਾਂ ਦੇ ਬਣੇ ਕਿ ਅਮਰੀਕਾ ਨੂੰ ਰਹਿਣਾ ਪਿਆ ਤੇ 20-22 ਸਾਲ ਰਿਹਾ। ਇਹ 20-22 ਸਾਲ ਦੇ ਵਿੱਚ ਅਮਰੀਕਾ ਦੇ ਖਰਬਾਂ ਡਾਲਰ ਇਹ ਤੇ ਖਰਚ ਹੋਏ, ਤੇ ਪਾਕਿਸਤਾਨ ਪਤਾ ਨਹੀਂ ਇਹ ਖਰਚਾ ਚੱਲ ਸਕੇਗਾ ਕਿ ਨਹੀਂ। ਫਿਰ ਉਹ ਜਿਹੜਾ ਦਬਾਅ ਹੁੰਦਾ ਵੇ ਉਹਦੇ ਨਾਲ ਤੁਹਾਡੇ ਕੁਝ ਸਿਕਿਉਰਿਟੀ ਦੇ ਨਵੇਂ ਮਸਾਇਲ ਪੈਦਾ ਹੁੰਦੇ ਨੇ। ਬੈਨ ਅਲ-ਅਕਵਾਮੀ ਸਤ੍ਹਾ ਦੇ ਉੱਤੇ ਕੁਝ ਸਵਾਲ ਐਸੇ ਪੈਦਾ ਹੋ ਜਾਂਦੇ ਨੇ, ਹਿਊਮਨ ਰਾਈਟਸ ਦੇ ਇਸ਼ੂਜ਼ ਆ ਜਾਂਦੇ ਨੇ, ਜਿਹੜੇ ਕੌਮਾਂ ਦੇ ਰਾਈਟਸ ਹੁੰਦੇ ਨੇ, ਮੁਕਾਮੀ ਆਬਾਦੀਆਂ ਦੇ ਰਾਈਟਸ ਹੁੰਦੇ ਨੇ, ਉਹਨਾਂ ਦੇ ਕਲਚਰ ਦੇ ਹੁੰਦੇ ਨੇ, ਬਾਰਡਰ ਦੇ ਹੁੰਦੇ ਨੇ। ਇਹ ਸਾਰੇ ਨਵੇਂ ਤਨਾਜ਼ਾਤ ਇਸ ਆਪਰੇਸ਼ਨ ਦੇ ਨਾਲ ਜੁੜੇ ਹੋਣਗੇ ਅਗਰ ਇਹ ਹੁੰਦਾ ਤੇ ਇਹ ਵੱਡੇ ਪੈਮਾਨੇ ਦੇ ਉੱਤੇ ਇੱਕ ਚੀਜ਼ ਹੈਗੀ। ਮੈਂ ਸੋਚ ਰਿਹਾ ਵਾਂ ਕਿ ਪਾਕਿਸਤਾਨ ਕਿਸ ਪਾਸੇ ਜਾ ਰਿਹਾ ਵੇ। ਯਾਨੀ ਪਹਿਲੇ ਅਸੀਂ ਇਹ ਜੰਗਾਂ ਲੜੀਆਂ ਕਿਸੇ ਵਾਸਤੇ, ਪਹਿਲੇ ਕਿਹਾ ਜੀ ਕਿ ਅਸੀਂ ਅਫਗਾਨਾਂ ਨੂੰ ਆਜ਼ਾਦ ਕਰਵਾਉਣਾ ਹੈ ਸੋਵੀਅਤ ਯੂਨੀਅਨ ਤੋਂ। ਫਿਰ ਅਸੀਂ ਕਿਹਾ ਕਿ ਉੱਥੇ ਉਹ ਆਜ਼ਾਦ ਤਾਂ ਹੋ ਗਏ ਨੇ, ਪਰ ਹੁਣ ਉਹਨਾਂ ਕੋਲੋਂ ਕੋਈ ਐਸੀ ਤਾਕਤ ਉਹਨਾਂ 'ਤੇ ਮੁਸੱਲਤ ਨਾ ਹੋ ਜੇ ਉਹਨਾਂ ਦੇ ਅੰਦਰ ਦੀ ਜਿਹੜੀ ਸਾਡੇ ਮਾਮਲਾਤ ਦੇ ਖਿਲਾਫ ਹੋਵੇ। ਫਿਰ ਉਹਦੇ ਵਿੱਚ ਅਸੀਂ ਤਾਲਿਬਾਨ ਨੂੰ ਸਪੋਰਟ ਕੀਤਾ। ਫਿਰ ਤਾਲਿਬਾਨ ਆਏ, ਫਿਰ ਉਸ ਦੌਰਾਨ ਦੀਆਂ ਵੀ ਚੀਜ਼ਾਂ ਹੈਗੀਆਂ ਨੇ ਸਾਡੇ ਸਾਹਮਣੇ ਕਿ ਤਾਲਿਬਾਨ ਦੀ ਨਾਲ ਦਾਅਵੇ ਤਾਂ ਸਾਡੇ ਬੜੇ ਸਨ ਕਿ ਤਾਲੁਕਾਤ ਚੰਗੇ ਦੇ, ਲੇਕਿਨ ਮੇਰੇ ਇਲਮ 'ਚ ਜ਼ਾਤੀ ਤੌਰ 'ਤੇ ਹੈਗਾ ਵੇ ਕਿ ਉਦੋਂ ਜ਼ੈਤੂਨ ਦੇ ਕੁਝ ਪੌਦੇ ਮੰਗਵਾਉਣੇ ਸਨ ਤੇ ਤਾਲਿਬਾਨ ਨੇ ਉਹ ਨਹੀਂ ਸੀ ਆਉਣ ਦਿੱਤੇ ਪਾਕਿਸਤਾਨ ਦੇ ਵਿੱਚ, ਤੇ ਇਧਰੋਂ ਤਾਂ ਸਾਰਾ ਕੁਝ ਹੀ ਜਾਂਦਾ। ਖੈਰ, ਉਸ ਤੋਂ ਬਾਅਦ ਫਿਰ ਅਸੀਂ ਦਹਿਸ਼ਤਗਰਦੀ ਦੇ ਖਿਲਾਫ ਜਿਹੜੀ ਜੰਗ ਹੈ ਉਹ ਲੜੀ। ਉਹ ਜੰਗ ਉੱਥੇ ਵੱਖਰੀ ਲੜੀ ਜਾ ਰਹੀ ਸੀ, ਔਰ ਉਹਨਾਂ ਦੇ ਹਾਮੀਆਂ ਨੂੰ ਖਤਮ ਕਰਨ ਵਾਸਤੇ ਪਾਕਿਸਤਾਨ ਦੇ ਮੁਖਤਲਿਫ ਇਲਾਕਿਆਂ ਦੇ ਵਿੱਚ ਜਿਹੜੀ ਜੰਗ ਸੀ ਉਹ ਅਲੱਗ ਤੋਂ ਛੋਟੇ-ਛੋਟੇ ਆਪਰੇਸ਼ਨ, ਛੋਟੀਆਂ-ਛੋਟੀਆਂ ਜੰਗਾਂ ਦੀ ਸ਼ਕਲ ਦੇ ਵਿੱਚ ਲੜੀ ਜਾ ਰਹੀ ਸੀ। ਤੇ ਇਹ ਹੁਣ ਆਪਰੇਸ਼ਨ ਅਗਰ ਹੋਵੇਗਾ ਤੇ ਕਿਤੇ ਇਹ ਤਾਂ ਨਹੀਂ ਹੈਗਾ ਕਿ ਪਾਕਿਸਤਾਨ, ਚਾਈਨਾ ਦੀ ਔਰ ਅਮਰੀਕਾ ਦੀ ਜਿਹੜੀ ਫੋਰਸਿਸ ਨੇ ਹਾਮੀ ਇੱਥੇ, ਉਹਨਾਂ ਦੇ ਆਪਸ ਦੇ ਵਿੱਚ ਇਖਤਲਾਫਾਤ ਜਿਹੜੇ ਸਾਨੂੰ ਹੁਣ ਬਿਆਨਾਂ ਦੀ ਸ਼ਕਲ ਦੇ ਵਿੱਚ ਜਾਂ ਕੁਝ ਇੱਕ ਦੂਸਰੇ ਦੇ ਖਿਲਾਫ ਫੈਸਲਿਆਂ ਦੀ ਸ਼ਕਲ ਦੇ ਵਿੱਚ ਨਜ਼ਰ ਆਉਂਦੇ ਨੇ, ਉਹ ਕਿਤੇ ਇੰਜ ਤਾਂ ਨਹੀਂ ਹੋਵੇਗਾ ਕਿ ਉਹਨਾਂ ਦੇ ਕੋਈ ਜੰਗਜੂ ਗਰੁੱਪ ਵੀ ਪੈਦਾ ਹੋ ਜਾਣਗੇ ਤੇ ਉਹ ਫਿਰ ਖਾਨਾ ਜੰਗੀ ਵਾਲੀ ਗੱਲ ਹੋ ਜਾਏਗੀ। ਸੋ ਇਹ ਗੱਲ ਹੈ ਕਿ ਇਹ ਬੜਾ ਸੈਂਸਿਬਲੀ ਵੇਖਣ ਵਾਲੀ ਗੱਲ ਹੈ। ਮੈਨੂੰ ਉਮੀਦ ਹੈ ਕਿ ਪਾਕਿਸਤਾਨ ਦੇ ਜਿਹੜੇ ਫੈਸਲਾ ਕਰਨ ਵਾਲੇ ਹਲਕੇ ਨੇ ਉਹਨਾਂ ਨੇ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਗੌਰ ਕੀਤਾ ਹੋਣਾ, ਔਰ ਉਹ ਪਾਕਿਸਤਾਨ ਨੂੰ ਕਿਸੇ ਨਵੇਂ ਬੁਹਰਾਨ ਵੱਲ ਨਹੀਂ ਜਾਣ ਦੇਣਗੇ। ਔਰ ਉਹਨਾਂ ਨੇ ਇਹ ਵੀ ਤੈਅ ਕਰ ਲਿਆ ਹੋਣਾ ਵੇ ਕਿ ਇਸ ਆਪਰੇਸ਼ਨ ਦਾ ਵਾਲੀਅਮ ਕਿੰਨਾ ਰੱਖਣਾ ਹੈ ਔਰ ਕਿਹੜੇ-ਕਿਹੜੇ ਇਲਾਕੇ 'ਚ, ਔਰ ਜਿਹੜੇ ਇਹਦੇ ਤੋਂ ਮੁਮਕਿਨਾ ਨੁਕਸਾਨਾਤ ਹੋ ਸਕਦੇ ਨੇ ਉਹਨਾਂ ਨੂੰ ਕਿਵੇਂ ਕੰਟਰੋਲ ਕਰਨਾ ਹੈ। ਤੇ ਉਮੀਦ ਕਰਨੇ ਆ ਕਿ ਇਹ ਸਾਰਾ ਕੁਝ ਚੰਗਾ ਹੋਵੇਗਾ ਤੇ ਤਹਿਰੀਕੇ ਇਨਸਾਫ ਇਹਦੇ ਉੱਤੇ ਉਹਨੇ ਮੁਖਾਲਫਤ ਦਾ ਐਲਾਨ ਕੀਤਾ ਆਪਰੇਸ਼ਨ ਦੀ ਦਾ। ਇਹ ਅਗਲੇ ਦਿਨਾਂ ਦੇ ਵਿੱਚ ਤੁਸੀਂ ਵੇਖੋਗੇ ਕਿ ਅਗਰ ਤਹਿਰੀਕੇ ਇਨਸਾਫ ਮਜ਼ੀਦ ਇਹਦੇ ਉੱਤੇ ਇਸ ਸਟਾਂਸ ਤੇ ਖੜੀ ਰਹਿੰਦੀ ਤੇ ਇਹ ਮਾਮਲਾ ਵੀ ਸਿਆਸੀ ਤੌਰ ਤੇ ਬੜਾ ਨੁਮਾਇਆ ਹੋ ਕੇ ਇਖਤਲਾਫ ਦੀ ਸ਼ਕਲ 'ਚ ਸਾਹਮਣੇ ਆਏਗਾ ਤੇ ਇਹਦੇ ਨਾਲ ਹਕੂਮਤ ਦੀ ਸਾਖ, ਅਪੋਜੀਸ਼ਨ ਦੇ ਪੋਜੀਸ਼ਨ ਔਰ ਇੰਟਰਨੈਸ਼ਨਲ ਫੋਰਸਿਸ ਦੀ ਜਿਹੜੇ ਇੱਥੇ ਹੈਗੇ ਨੇ ਮੁਦਾਖਲਤਾਂ, ਉਹ ਵੀ ਸਾਨੂੰ ਵੇਖਣ 'ਚ ਮਿਲ ਸਕਦੀਆਂ ਨੇ। ਤੇ ਜੀਂਦੇ ਰਹੋ, ਵਸਦੇ ਰਹੋ। ਸਾਡਾ ਕੰਮ ਇਸ਼ੂਜ਼ ਦੀ ਨਿਸ਼ਾਨਦੇਹੀ ਕਰਨਾ ਹੈ, ਜਿਹੜੇ ਇਸ਼ੂ ਬਣ ਰਹੇ ਨੇ ਉਹਨਾਂ ਦੀ ਨਿਸ਼ਾਨਦੇਹੀ ਕਰਨਾ ਹੈ, ਤੇ ਉਹਦੇ ਇਵਜ਼ ਅਸੀਂ ਤੁਹਾਡੇ ਕੋਲੋਂ ਸਿਰਫ ਇਹ ਚਾਹੁੰਦੇ ਹਾਂ ਕਿ ਤੁਸੀਂ ਸਾਡੀ ਵੀਡੀਓਜ਼ ਜਿਹੜੀਆਂ ਨੇ ਉਹਨਾਂ ਨੂੰ ਸਬਸਕ੍ਰਾਈਬ ਕਰੋ ਔਰ ਸ਼ੇਅਰ ਕਰੋ, ਤਾਂ ਕਿ ਇਹ ਵਾਲੀ ਗੁਫ਼ਤਗੂ ਜਿਹੜੀ ਇਹ ਇਹਦੇ ਵਿੱਚ ਜਿਹੜੀ ਕਹਿ ਲਓ ਤੁਸੀਂ ਸਿਆਸੀ ਔਰ ਸ਼ੌਰੀ ਥੋੜ੍ਹੀ ਤਰਬੀਅਤ ਦਾ ਵੀ ਅੰਸਰ ਆ ਜਾਂਦਾ ਵੇ ਤੇ ਉਹ ਤੁਹਾਡੇ ਤੱਕ ਪਹੁੰਚਦੀ ਰਹੇ। ਜਿਉਂਦੇ ਰਹੋ, ਵਸਦੇ ਰਹੋ ਜੀ।